साहब जियो दर्शन प्यासी दिन सिरा चितवो अंदिरनी खोल कपटपुर में लिया नानक हर संगीत चांगे उठ नाम जप निस्वास आरा कारा तुझे न व्यापी नानक मुझे उपार सो कहो टल गुरु सेविय अहनस सहज सुभाए दर्शन परस ऐ गुरु के जन्म मरण दुख जाए वाहिगुरु साहब जियो माज महला पंजवा अमृत बाणी हर हर तेरी सुन सुन होवे परम गत मेरी जलन बुझी शीतल हुए मनुआ सतगुर का दर्शन पाए जियो अमृत बाणी हर हर तेरी सुन सुन होवे परम गत मेरी जलन बुझी शीतल होए मनुआ सतगुर का दर्शन पाए जियो सुख भया दुख दूर पराया जल रसन हर हर नाम बखाना सुख भया दुख दूर पराना संत रसन हर नाम बखाना जल थल नीर परे सरसु भर बिरथा कोई न जाए जियो दया थारी तेन सिर जनहारे जी जंत सगले प्रतपारे मेहरबान कृपाल दयाला सगले त्रिपत अघाए जियो वन तृण त्रिभुवन की तो न हरया कर्णहार खिन पीतर करया गुरुमुख नानक तिसे आराधे मन की आस पुजाए जियो वन तृण त्रिभुवन की तो न हरया कर्णहार खिन पीतर करया गुरुमुख नानक तिसे आराधे मन की आस पुजाए जियो वाहिगुरु जी का खालसा वाहिगुरु जी की फतेह। गुरु प्यारे गुरु सवारे सत्संगी जनों आप वडभागे हो अमृत वेले तो गुरु की हाजरियां पढ़ के अपना जीवन सफल बना रहे हो। आप जी को आशा जी की वार्ता कीर्तन श्रवण करा रहे सन भाई सर भाई
ਕੇਵਲ ਸਿੰਘ ਜੀ, ਜਿਨ੍ਹਾਂ ਤੇ ਬਾਬਾ ਜੀ ਦੀ ਅਪਾਰ ਰਹਿਮਤ ਤੇ ਬਖਸ਼ਿਸ਼ ਹੈ। ਹੁਣ ਸਮਾਂ ਹੋਇਆ ਹੈ ਗੁਰ ਸ਼ਬਦ ਦੀ ਵਿਚਾਰਤਾ, ਗੁਰ ਸ਼ਬਦ ਦੀ ਵਿਚਾਰ ਕਥਾ ਆਪ ਜੀ ਨੂੰ ਸਰਵਣ ਕਰਾ ਰਹੇ ਹਨ। ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਇੱਥੇ ਹੀ ਅਸਥਾਨ ਦੇ ਗ੍ਰੰਥੀ ਸਾਹਿਬਾਨ, ਜਿਨ੍ਹਾਂ ਤੇ ਬਾਬਾ ਜੀ ਦੀ ਅਪਾਰ ਰਹਿਮਤ ਤੇ ਬਖਸ਼ਿਸ਼ ਹੈ, ਆਪ ਪ੍ਰੇਮ ਸਹਿਤ ਬੈਠ ਕਰਕੇ ਗੁਰੂ ਸ਼ਬਦ ਦੀ ਵਿਚਾਰ ਸਰਵਣ ਕਰੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੇਰਾ ਕੀਤਾ ਜਾਤੁ ਨਹੀਂ, ਮੈਨੋ ਜੋਗ ਤੋਈ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓ। ਦਰਸ ਪਿਆ ਮਹਿ ਰਾਮਤ ਹੋਈ, ਸਤਿਗੁਰ ਸੱਜਣਾ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਤਰਸ ਪਿਆ ਮਹਿ ਰਾਮਤ ਹੋਈ, ਸਤਿਗੁਰ ਸੱਜਣਾ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਸਾਹਿਬ ਕਮਾਲ ਚਬਰ ਸ਼ਤਰ ਤਖਤ ਦੇ ਮਾਲਕ ਹਜ਼ੂਰੇ ਅਨਵਰ ਸ਼ਾਹੀ ਸ਼ਹਿਨਸ਼ਾਹ ਵਾਲੀਏ ਕੁਲ ਆਲਮ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਨਿੱਕੀ ਗੋਦ ਦਾ ਆਨੰਦ ਮਾਣ ਰਹੀ ਅਤ ਸਤਿਕਾਰਯੋਗ ਸਤ ਸੰਗਤ ਜੀ, ਬਹੁਤ ਹੀ ਵਡਭਾਗੀ ਹੋ, ਧੰਤਾਵਾਨ ਹੋ, ਧੰਤਾ ਦੇ ਯੋਗ ਹੋ, ਜੋ ਸਾਹਿਬਾਂ ਦੀ ਪਾਵਨ ਹਜ਼ੂਰੀ ਦੇ ਦਰਸ਼ ਦੀਦਾਰ ਕਰਨ ਦਾ ਇਹ ਸੁਭਾਗਾ ਸਮਾਂ ਸਭਨਾਂ ਨੂੰ ਪ੍ਰਾਪਤ ਹੋਇਆ ਹੈ। ਆਓ ਜਿੱਥੇ ਆਪ ਸਭ ਜੀ ਸਤਿਗੁਰੂ ਜੀ ਮਹਾਰਾਜ ਜੀ ਦੇ ਮਧੁਰਮਈ ਪਾਵਨ ਗੁਰਬਾਣੀ ਕੀਰਤਨ ਦੇ ਨਾਲ ਸਾਂਝ ਪਾ ਕੇ ਅਟੇ ਹੋ, ਉੱਥੇ ਜਿਤਨਾ ਕੁ ਸਮਾਂ ਪ੍ਰਾਪਤ ਹੋਇਆ ਹੈ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਲਗਾਉਂਦੇ ਹੋਏ ਗੁਰ ਸ਼ਬਦ ਦੇ ਵਿਚਾਰ ਵਿੱਚ ਜੁੜਨਾ ਕਰੀਏ। ਬੜੇ ਪਿਆਰ ਸਤਿਕਾਰ ਸਹਿਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਬਖਸ਼ਿਸ਼ ਫਤਿਹ ਪ੍ਰਵਾਨੀ 21 ਵਾਰ ਕਹਿਣ ਤੇ ਦੋਵੇਂ ਹੱਥ ਜੋੜ ਕੇ ਰਸਨਾ ਨੂੰ ਕਰੀਏ ਜੀ ਪਵਿੱਤਰ, ਝੁਕਾਈਏ ਗੁਰੂ ਚਰਨਾਂ ਵਿੱਚ ਸੀਸ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਵਿਚਾਰ ਅਧੀਨ ਸ਼ਬਦ ਰਾਗ ਮਾਝ ਦੇ ਅੰਦਰ ਮੇਰਾ ਦੇ ਸਾਈਂ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 103 ਉੱਪਰ ਸੁਭਾਇਮਾਨ ਹੈ ਜੀ। ਜੋ ਮੁੱਖ ਸ਼ਬਦਾਂ ਦੀ ਲੜੀ ਹੈ ਉਸ ਦੇ ਅੰਦਰ ਇਹਦਾ 20ਵਾਂ ਸਥਾਨ ਹੈ। ਸਤਿਗੁਰੂ ਜੀ ਮਹਾਰਾਜ ਜੀ ਨੇ ਅੱਜ ਸਾਨੂੰ ਜੀਵਨ ਦਾ ਉਪਦੇਸ਼ ਬਖਸ਼ਿਸ਼ ਕੀਤਾ। ਸਤਿਗੁਰੂ ਜੀ ਮਹਾਰਾਜ ਫਰਮਾਨ ਕਰਦੇ ਹਨ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ।
ਤੇਰੀ ਅੰਮ੍ਰਿਤ ਰੂਪੀ ਬਾਣੀ ਨੂੰ हे ਹਰੀ ਪਰਮਾਤਮਾ ਸੁਣ ਕੇ ਸਰਵਣ ਕਰਕੇ ਮੇਰੇ ਜੀਵਨ ਦੇ ਵਿੱਚ ਮੈਂ ਪਰਮ ਗਤੀ ਨੂੰ ਪ੍ਰਾਪਤ ਕਰ ਰਿਹਾ। ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਓ। ਪਾਵਨ ਉਪਦੇਸ਼ ਕੀ ਹੈ? ਸਤਿਗੁਰੂ ਜੀ ਮਹਾਰਾਜ ਕਹਿੰਦੇ ਹਨ ਕਿ ਜਦੋਂ ਜੀਵਨ ਦੇ ਅੰਦਰ ਜਲਨ ਬੁਝ ਗਈ, ਇਹ ਜਿਹੜਾ ਮਨ ਹਿਰਦਾ ਤਪਦਾ ਪਿਆ ਸੀ ਇਹ ਠੰਡਾ ਹੋ ਗਿਆ, ਸ਼ੀਤਲ ਹੋਏ ਮਨੁਆ। ਤੇ ਕਾਰਨ ਕੀ ਬਣਿਆ? ਇਹ ਠੰਡਾ ਕਿਵੇਂ ਹੋਇਆ? ਇਹ ਸਤਿਗੁਰੂ ਜੀ ਮਹਾਰਾਜ ਕਹਿੰਦੇ ਹਨ ਸਤਿਗੁਰ ਕਾ ਦਰਸ਼ਨ ਪਾਏ ਜੀਓ। ਮੈਂ ਗੁਰੂ ਦਾ ਦਰਸ਼ਨ ਕਰ ਲਿਆ, ਗੁਰੂ ਦਾ ਦਰਸ਼ਨ ਕਰਿਆ, ਮੇਰਾ ਮਨ ਸ਼ੀਤਲ ਹੋ ਗਿਆ, ਮੇਰਾ ਮਨ ਪਵਿੱਤਰ ਹੋ ਗਿਆ, ਮੇਰਾ ਮਨ ਠੰਡਾ ਹੋ ਗਿਆ। ਸਤਿਗੁਰੂ ਜੀ ਮਹਾਰਾਜ ਕਹਿੰਦੇ ਹਨ ਦੁਨੀਆ ਦੇ ਵਿੱਚ ਸ਼ੀਤਲਤਾ ਹੀ ਦੇਣ ਵਾਸਤੇ ਬੜੀਆਂ ਚੀਜ਼ਾਂ। ਸ਼ੀਤ ਰੁੱਤ ਠੰਡਕ ਦਿੰਦੀ ਹੈ, ਚੰਦਨ ਠੰਡਕ ਦਿੰਦਾ ਹੈ, ਕਪੂਰ ਠੰਡਕ ਦਿੰਦਾ ਹੈ। ਲੇਕਿਨ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ ਤਪਦੇ ਨੇ ਇਹ ਸਭ ਉਹਨਾਂ ਨੂੰ ਠੰਡਕ ਨਹੀਂ ਪਹੁੰਚਾ ਸਕਦੇ। ਨਹਿ ਸ਼ੀਤਲੰ ਸ਼ੀਤ ਰੁਤੇਣ ਨਹਿ ਸ਼ੀਤਲੰ ਬਾਵਨ ਚੰਦਨ। ਚੰਦਨ ਦੇ ਜੰਗਲਾਂ ਦੇ ਵਿੱਚ ਜਾ ਕੇ ਵੀ ਬੰਦਾ ਠੰਡਾ ਨਹੀਂ ਹੋ ਸਕਦਾ। ਕਹਿਣ ਤੋਂ ਭਾਵ ਸਰੀਰ ਦੀ ਠੰਡਕ, ਮਨ ਦੀ ਠੰਡਕ ਨਹੀਂ ਬਣ ਸਕਦੀ। ਹਾਂ, ਜਦੋਂ ਗੁਰੂ ਚੰਦਨ ਦੇ ਨਾਲ ਮਿਲਾਪ ਹੋ ਗਿਆ, ਸੁਰਤ ਦੇ ਅੰਦਰ ਇਸ ਪਾਵਨ ਵਿਚਾਰ ਨੂੰ ਵਸਾਇਆ, ਗੁਰੂ ਸਾਹਿਬ ਜੀ ਕਹਿੰਦੇ ਸੁਰਤ ਵੀ ਠੰਡੀ ਹੋ ਜਾਂਦੀ ਹੈ। ਮੈਂ ਇਤਿਹਾਸ ਦੀ ਉਹ ਗਾਥਾ ਦੁਬਾਰਾ ਆਪ ਸਭ ਜੀ ਦੇ ਚਰਨਾਂ ਵਿੱਚ ਰੱਖਣਾ ਚਾਹੁੰਦਾ ਕਿ ਗੁਰੂ ਸਾਹਿਬ ਜੀ ਨੂੰ ਤਪਾਉਣ ਦੇ ਯਤਨ ਨਹੀਂ ਹੋਏ, ਜਿਨ੍ਹਾਂ ਦੇ ਪਾਵਨ ਸ਼ਬਦ ਨੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਿੰਨੇ ਵੱਖਰੇ ਵੱਖਰੇ ਯਤਨਾਂ ਦੇ ਨਾਲ ਗੁਰੂ ਸਾਹਿਬ ਜੀ ਨੂੰ ਪ੍ਰਤਾੜਨਾ ਕੀਤਾ। ਗਰਮੀ ਦੀ ਰੁੱਤ ਹੈ, ਮਈ ਜੂਨ ਦਾ ਸਮਾਂ ਹੈ। ਇਸ ਸਮੇਂ ਦੇ ਵਿੱਚ ਧਰਤੀ ਦੇ ਉੱਪਰ ਨੰਗਾ ਪੈਰ ਨਹੀਂ ਰੱਖਿਆ ਜਾਂਦਾ, ਇੰਨੀ ਧਰਤੀ ਤਪਦੀ ਹੈ। ਲਾਹੌਰ ਦਰਬਾਰ ਦੇ ਵੱਲੋਂ ਫਤਵਾ ਜਾਰੀ ਕੀਤਾ ਗਿਆ, ਲਾਹੌਰ ਦਰਬਾਰ ਦੇ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ ਕਿ ਗੋਇੰਦਵਾਲ ਦੇ ਪੱਤਣ ਤੇ ਬੈਠੇ ਉਸ ਪੀਰ ਨੂੰ ਇੱਥੇ ਲਿਆਂਦਾ ਜਾਵੇ। ਸਤਿਗੁਰੂ ਜੀ ਮਹਾਰਾਜ ਗੋਇੰਦਵਾਲ ਨਗਰ ਦੇ ਵਿੱਚ ਸਨ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕਰਕੇ ਆਪ ਜੀ ਨੂੰ ਕਈ ਪ੍ਰਕਾਰ ਦੀ ਪ੍ਰਤਾੜਨਾ, ਕਈ ਪ੍ਰਕਾਰ ਦੇ ਅਸਹਿ ਤੇ ਅਕਹਿ ਕਸ਼ਟ ਦਿੱਤੇ ਗਏ। ਮਨਵਾਉਣ ਦਾ ਯਤਨ ਕੀਤਾ ਗਿਆ। ਸਤਿਗੁਰੂ ਜੀ ਮਹਾਰਾਜ ਜੀ ਨੂੰ ਪਿਆਸਾ ਤੇ ਭੁੱਖਾ ਵੀ ਰੱਖਿਆ ਗਿਆ। ਇਤਿਹਾਸਕਾਰਾਂ ਨੇ ਲਿਖਿਆ ਕਿ ਗੁਰੂ ਸਾਹਿਬ ਜੀ ਮਹਾਰਾਜ ਜੀ ਦੇ ਸਾਹਮਣੇ ਲਾਲਚਾਂ ਦਾ ਢੇਰ ਵੀ ਰੱਖਿਆ ਗਿਆ ਕਿ ਸਾਡੇ ਕੋਲ ਹਰ ਜ਼ਰੀਆ ਹੈ, ਅਸੀਂ ਇਹਨਾਂ ਨੂੰ ਈਨ ਬਣਵਾ ਕੇ ਆਪਣੇ ਪੱਖ ਦੇ ਵਿੱਚ ਕਰ ਲਵਾਂਗੇ। ਕਾਰਨ ਕੀ ਹੁੰਦਾ ਹੈ? ਜਦੋਂ ਕਿਸੇ ਧਰਮ ਦੇ ਵਿੱਚ ਕੋਈ ਵਿਦਵਾਨ ਪੁਰਸ਼, ਕੋਈ ਮਹਾਂਪੁਰਖ ਹੁੰਦਾ ਹੈ, ਜੇਕਰ ਉਸ ਮਹਾਂਪੁਰਖ ਦੇ ਅੰਦਰ ਇੰਨੀ ਵਿਦਵਤਾ ਹੈ ਕਿ ਉਹਦੇ ਨਾਲ ਪੰਥ ਕਿਸੇ ਸਹੀ ਦਿਸ਼ਾ ਤੇ ਦਸ਼ਾ ਵੱਲ ਜਾ ਸਕਦਾ ਹੈ, ਦੂਸਰੇ ਧਰਮ ਦੇ ਪੱਖ ਵਾਲੇ ਜਾਂ ਦੂਸਰੇ ਪੱਖ ਵਾਲੇ ਜਿਨ੍ਹਾਂ ਦਾ ਪੱਖ ਜਿਨ੍ਹਾਂ ਨੂੰ ਕਮਜ਼ੋਰ ਜਾਪਦਾ ਹੈ ਜਾਂ ਜਿਨ੍ਹਾਂ ਨੂੰ ਖਤਰਾ ਭਾਸਣ ਲੱਗ ਪੈਂਦਾ ਹੈ, ਉਹ ਫਿਰ ਸਾਮ ਦਾਮ ਦੰਡ ਭੇਦ ਦੀ ਨੀਤੀ ਅਪਣਾਉਂਦੇ ਨੇ। ਕੋਈ ਵੀ ਧਾਰਮਿਕ ਆਗੂ ਹੋਵੇ, ਰਾਜਨੀਤਿਕ ਆਗੂ ਹੋਵੇ, ਅੱਜ ਵੀ ਸਮਾਜ ਵਿੱਚ ਇਹ ਵਾਪਰਦਾ ਹੈ। ਜਾਂ ਇਹੋ ਜਿਹੇ ਗੁਣੀ ਗਿਆਨੀ ਮਨੁੱਖ ਨੂੰ ਮਰਵਾ ਦਿੱਤਾ ਜਾਂਦਾ ਹੈ, ਜਾਂ ਖਰੀਦ ਲਿਆ ਜਾਂਦਾ ਹੈ, ਈਨ ਬਣਵਾ ਲਈ ਜਾਂਦੀ ਹੈ, ਜਾਂ ਫਿਰ ਇਹਦੀ ਬਦਨਾਮੀ ਕਰ ਦਿੱਤੀ ਜਾਂਦੀ ਹੈ ਕਿ ਉਹਦੇ ਕਹਿਣ ਤੇ ਵੀ ਲੋਕ ਉਹਦੀ ਗੱਲ ਪਰਵਾਹ ਨਹੀਂ ਕਰਦੇ। ਸਾਮ ਦਾਮ ਦੰਡ ਭੇਦ। ਇਸ ਕਰਕੇ ਸਤਿਗੁਰੂ ਜੀ ਮਹਾਰਾਜ ਜੀ ਦੇ ਉੱਪਰ ਬੜੀਆਂ ਤੌਹਮਤਾਂ ਲਗਾਈਆਂ ਗਈਆਂ। ਸਤਿਗੁਰੂ ਜੀ ਮਹਾਰਾਜ ਜੀ ਨੂੰ ਕਈ ਭਾਂਤ ਭਾਂਤ ਦੇ ਦੰਡ ਦਿੱਤੇ ਗਏ। ਗੁਰੂ ਸਾਹਿਬ ਜੀ ਦੇ ਸਾਹਮਣੇ ਪ੍ਰਸਤਾਵ ਤਪਾਉਣ ਦਾ ਯਤਨ ਕੀਤਾ, ਲੇਕਿਨ ਧੰਨ ਹਨ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਤਪੀਆਂ ਤਵੀਆਂ ਤੇ ਬੈਠ ਕੇ ਸਿਰ ਵਿੱਚ ਰੇਤਾ ਵੀ ਤਪੀ ਪਵਾ ਕੇ ਆਪ ਅੰਦਰੋਂ ਠੰਡੇ ਰਹੇ ਨੇ, ਜਿਨ੍ਹਾਂ ਨੇ ਹਿਰਦੇ ਗਰਮ ਕਰਨ ਦੀ, ਤਪਾਉਣ ਦੀ ਕੋਸ਼ਿਸ਼ ਕੀਤੀ। ਉਹ ਆਪ ਤਪੇ ਨੇ, ਉਹਨਾਂ ਦੇ ਜੀ ਤਪੇ ਨੇ ਤੇ ਉਹਨਾਂ ਦੀ ਜ਼ਿੰਦਗੀ ਤਪ ਚੁੱਕੀ। ਲੇਕਿਨ ਗੁਰੂ
गुरु अर्जन साहब जी महाराज तत्तियां तवियां ते बैठे अपने अंदर ठंडक मान रहे। ऐसा नहीं है कि शरीर को नुकसान नहीं होया, शरीर के ऊपर भी जख्म होए, रेस रहे, सिर के ऊपर भी जख्म होए ने। गर्भ रेता जो गुरदत्ते मुझे वालों पाई गई है, सिर में भी जख्म होए ने। ते कहते तसीया दे विचों तसीया ये सी कि सतगुरु जी महाराज जी को एकदम तत्ती तवी तो बिठाउण तो बाद जब पूछा गया कि ईन मानते हो, गुरु साहब जी कहते नहीं। ते इतिहासकार कहते ने कि गुरु अर्जन साहब जी महाराज जी ने संग पत्थर बन के उन्होंने दरिया दे विच बहा दिता गया। गुरु साहब जी महाराज जी को किन्ने प्रकार के नाल प्रताड़ना की, दंड दिते। लेकिन गुरु साहब जी महाराज कहते हैं जलन बुझी शीतल हुए मनुआ, जे साडा गुरु डाडा है, जे वो सुमेर पर्वत है, वो मेर पर्वत है, उच्चा है, जिहदी शरण दे विच जाया साडे वर्गे भी कई उहदे नाल जुड़ के उहदे चरणां दी पाह लैके अपना जीवन सवार लैंदे ने। ते गुरु साहब जी महाराज कहते हैं फिर इहो जे गुरु दा संग करिया जीवन विच तब्दीली की आ रही है। जलन बुझी शीतल होए मनुआ, न शीतलन बावन चरण शीतलन साध स्वजन साध दी संगत करिया मनुख दा हिरदा जिहड़ा है वो शीतल हो जाता है और ठंड पहुंच जाती है। कल असी एक पावन वचन के नाल सांझ पाई सतगुरु जी महाराज जी। गुरु साहब जी महाराज कहते गुरु के नाल मिलिया तेरे जीवन के अंदर चेंज की आया। गुरु साहब जी महाराज जी ने व्याख्या रूप दे विच शब्द सानू बख्शिश कीता। पिंगल पर्वत पार परे खाल चतुर बकीता। पिंगला पर्वतां नूं पार कर गया, खाल जिहड़ा सी मूर्ख सी चतुर हो गया, चतुर बकीता। अंधले त्रिभवन सुझिया गुर भेट पुनीता। जिहड़ा अंधला सी, जिन्हों दिखदा नहीं सी, आत्म गलोचन नहीं सन जिहदे, उन्होंने त्रिभवन में सोझी आउण लग पई है। किहदे नाल? गुर भेट पुनीता, गुरु दे नाल मिलिया। ते मैं अज विचार अपने आप विच कर रहा सी, पिंगल पर्वत पार परे पर्वत किहड़ा होएगा? ते भगत कबीर साहब जी का एक वचन सामने आया, कहते एक अवकट घाटी राम की तेरे चढ़ रहे हो कबीर। राम नाम की अवकट घाटी, वो घाटी जिहदे ऊपर चढ़ना ही बड़ा औखा है, जिते चढ़िया मन पछाण खिंचदा, मन हिचदा है, मन अड़ियां करता है, मन जिदबाजी करता है। जिहदे उत्ते चढ़न लग्या साडे जीवन विच मन कोड़ व्याप जाता है। समाजिक उदाहरण लैके असीं समझिए कि बहुत सारे जीवन में इहो जिहे कारज हुंदे ने जिन्हां नूं करन लग्गिया ये मन आलस कर जाता, आलस कर जाता है। वो किहड़े कारज ने? उहने राम दे नाम दे कारज, चंगे कारज, ईमानदारी दे नाल जीवन जीण वाले कारज, बेईमानी नूं त्यागना ते ईमानदारी दे राह नूं अपनाउणा। मानो मन वास्ते एक कूड़ापन है, मन नूं कोड़ व्याप जाता है कि हुण ईमानदारी विच जीना पएगा। पहलों हस्पताल जाता सी, पैसे दिंदा सी, लंबियां लाइनां तो छुटकारा पा के अपना काम कढवा लैंदा सी। ईमानदारी ते लाइन विच लगना पएगा। पहलों रिश्वत दिंदा सी, काम करवा लैंदा, काम कढवा लैंदा। जे ईमानदारी है, फार्म भरने पैणगे, सारा प्रोसीजर फॉलो करना पएगा। मन हिचदा, मन दे अंदर उतना नहीं बना, छड़ परा की करना। ते भगत कबीर साहब जी कहते मन जानत सब बात। कि ये मन जानता नहीं कि सानू इस गल का पता नहीं कि जेड़ा काम असीं करन लगे हैं ये काम माड़ा है या चंगा है। जदों असीं अपने स्वार्थ की पूर्ति करने वास्ते कार्य करते हैं तो सतगुरु जी महाराज कहते मता कोई भुलेखा रह जाए, दुनिया नूं जानती है या नहीं जानती, ये आप तो जानता है ना, इनू आप नूं तो सोझी है ना। एक बार की होया, साध दे डेरे होया करते सन, आश्रम होया करते सन। उदाहरण मात्र समझना सी
कि उस साधु, उस तपस्वी, उस ज्ञानी ने अपने उस आश्रम का मुखी थापना है ते दूर के शिष्य ने अपने चेलियां नूं, अपने शिष्यां नूं आख्या कि भाई परीक्षा लैनी आ इदां दो पक्षी लै जाओ जिथे तुहानूं कोई नहीं देखदा, उत्थे इन्हां नूं मार के आ जाओ। हुण एक जिहड़ा चेला सी, शिष्य सी, अपने अपने माइंड वरत्या किते ओले ते जाके उन्हें पक्षी नूं मरोड़ के ते साथ दे सामने ले आंदा जी लो तुहाडा हुकम फॉलो कीता, मन लिया जिथे कोई नहीं देखदा उत्थे मैनूं मार दित्ता। दूसरा गया वो वेखदा है आले दुआले चार सवेरे बड़ियां जगहां ते जांदा है, कुछ समय कुछ दिनों बाद वापस आउंदा है ते वो पक्षी दोबारा अपने गुरु दे अगे अर्पित कर दिंदा, कहंदा साध जी दुनिया दी इहो जी कोई थां है ही नहीं जिथे मैनूं कोई देखदा नहीं पिया, दुनिया दी कोई इहो जी जगह ही नहीं। जदों मैं पर्वतां दे उल्ले गया, जदों मैं झोपड़ियां दे उल्ले गया, जदों मैं ओला करन दा यतन कीता है ते मेरे मन ने एक गल कही है, ये पक्षी तेनू देखदा है, तू इहनूं देखदा, तेरे अंदर भी ओ वसदा ते इहदे अंदर भी ओ वसदा, मना वेखी कैर ना कमा दे। मैनूं दुनिया की कोई इहो जी जगह लभी नहीं। साधु अपने उस शिष्य का ज्ञान आ गया कि भाई जीवन में असल सच्चाई ये है कि तू कभी कला रह ही नहीं सकता। असी जिन्ने भी पाप करते हैं वो लुका के करते हैं कि सानू कोई देखता नहीं पिया। सतगुरु जी कहते भुलेखा है तेरा, अपने आप को तू खुद तो देख रहा है ते तेरे अंदर की परमात्मा वसदा नहीं, की तेरे अंदर बार बार एक क्वेश्चन पैदा नहीं होता कि मना जेड़ा तू काम कीता है इहदा नतीजा, इहदा परिणाम भुगतना पैना ते भावें ओहदा परिणाम, ओहदा नतीजा तू भुगत भी रहा है, लेकिन तू फिर किसी को दस नहीं सकता कि ये जेड़ा परिणाम, ये जेड़ी सजा तू भुगत रहा है, ये तेरे कीते हुए कार्य ने, इन्हां दा फल तेनू मिल रहा है। चुप रहना पड़ेगा, चुप रह के उस सजा को, उस दुख को भुगतना पड़ेगा। सतगुरु जी महाराज कहते हैं ऐसा काम भूले ना कीचै, भूल तो ही हो जाए काम ना कर, तेनू अंत नूं पछताउणा पवे, तेनू दाते नूं दोष देना पवे ते वेखी फिर जदों दाते नूं दोष देण लगा ना, एक गल याद रखी, जेड़ा दुख तेनू मिलिया इहदे विच दाते दा दोष नहीं, दद्दा दोष न देऊ किसा है, दोष कर्मा अपने आप जो मैं किया, जेड़े कर्मां नूं मैं कमाया, जेड़े लेखां नूं मैं लिखिया, उन्हां लेखां दा आ फल मैनूं मिलिया है, दोष न दीजै अवर जना। सतगुरु जी महाराज आज की पावन बाणी अंदर कहते फरमान करते, जिहदे अंदर आ जिहड़ी मत पैदा हो गई, जिन्हों इस गल की सोझी आ गई कि मना परमात्मा ने तेनू शुभ कार्य, चंगे कार्य करने वास्ते चंगा बनाया सी, इस करके अपने अंदर भट्ठी ना बाल, अपने अंदर तंदूर ना बाल, जिन्हों भगत साहबान कहते हैं तन ना तपाए तंदूर जो बालन हथ ना बाल, इदा वेख वेख के नफरतां दा तंदूर अपने अंदर ना बाल, इदा तरक्कियां दा, जैलसी दा तंदूर, जैलस कहते हैं जलन नूं, साड़ नूं, अग नूं, अग दे बड़े बड़े प्रकार ने, भांत भांत प्रकार की अग है, एक बड़वा अगन है, एक जठर अगन है, एक गावा अगन है, जंगल में अग लगती है, उसका नाम वखरा होता है, समुद्र के पानी विच जिहड़ी ज्वार भाटा निकलती है उसका नाम वखरा होता है, ज्वालामुखी की अग वखरी होती है, बायोगैस द्वारा जिहड़ी लाई गई अग वखरी होती है, पेट्रोलियम की अग वखरी होती है, एक पेट की अग वखरी होती है ते एक मन की अग वखरी होती है। पेट की अगन नूं भोजन छकाया, ये अगन कुछ चिर वास्ते शांत हो जाती है, पर याद रखी आ तृष्णा अगन बली अधिकाए, आ जिहड़ी तेरे अंदर तृष्णा की अग है ना, ये तृष्णा रूपी अग इन्नी छेती बुझदी नहीं। जदों बंदा अग दे विच पै जांदा, सच जानी ये नाल ही अग नाल सड़ दिंदी है, सारी जिंदगी बंदा इस अग नूं सहेड़दा है, अंदरों तपदा है, जिन्हों सतगुरु जी महाराज पावन बाणी अंदर कहते ने जियो तपत है बारो बार, तप तप खपै,
बहुत बेकार जै तन बाणी विसर जाए, जो पक्का रोगी मिल लाए। इत्थे पक्का रोगी तो भाव कोढ़ दा रोगी। हुण इसे प्रकार गुरु साहब जी ने उस पावन वचन अंदर यह गल आखी है, जो पक्का रोगी विल लाए। इत्थे रोगी विल ला रहा है, पर याद रखी जे गुरु दी शरण विच पै गया है, फिर पिंगल पर्वत पार बने खाल चक्र कीता। जिहड़ी अवकट घाटी सी, जिहड़ी घाटी जिस राह ते चलना सानूं औखा लगदा सी, हुण पिंगला जान चुकिया है कि मना आलस नूं छड्ड के इस राह ते सुचेत होके चलना पएगा। जीवन दा मकसद, जीवन दा मूल की है, जदों इहनूं समझ आ गया, उदों फिर ये पिंगला जिहड़ा इहदे अंदर पिंगले वाला सुभाਅ सी, ਉਹ ਇਹਨੇ ਨਸ਼ਟ ਕਰ ਲਿਆ। ਕਿਹਦੇ ਨਾਲ? ਗੁਰੂ ਦਾ ਸੰਗ ਕਰੇ, ਖਾਲ ਚਤੁਰ ਕੀਤਾ। ਇਹਦੇ ਅੰਦਰ ਜੋ ਅਗਿਆਨਤਾ ਸੀ, ਅਸੀਂ ਨਾ ਚਲਾਕੀਆਂ ਬੜੀਆਂ ਕਰਦੇ ਹਾਂ, ਸਾਡੇ ਅੰਦਰ ਚਲਾਕੀਆਂ ਬੜੀਆਂ, ਅਸੀਂ ਸ਼ਾਰਟਕਟ ਲੱਭਦੇ ਹਾਂ ਹਰ ਚੀਜ਼ ਦਾ। ਗੁਰੂ ਸਾਹਿਬ ਜੀ ਕਹਿੰਦੇ ਨਹੀਂ, ਮਨਾ ਤੂੰ ਬੜਾ ਚੰਚਲ ਹੈ, ਜਾਣਦਾ ਹਰ ਸਤਿਗੁਰੂ ਮਹਾਰਾਜ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਵੇਖੀ ਚੰਚਲਤਾ ਦੇ ਨਾਲ ਗੁਰੂ ਨੂੰ ਹਾਸਲ ਨਹੀਂ ਕੀਤਾ ਜਾ ਸਕਦਾ। ਗੁਰੂ ਅੱਗੇ ਚਤੁਰਾਈਆਂ ਨਾ ਕਰੀ, ਗੁਰੂ ਅੱਗੇ ਸਿਆਣਪਾ ਨਾ ਕਰੀ। ਜਿਹੜੇ ਰਾਹ ਤੇ ਗੁਰੂ ਸਾਹਿਬ ਜੀ ਮਹਾਰਾਜ ਸਾਨੂੰ ਚੱਲਣ ਵਾਸਤੇ ਕਹਿ ਰਹੇ ਨੇ, ਸਿਰ ਝੁਕਾ ਕੇ ਇਸ ਰਾਹ ਨੂੰ ਅਪਣਾ ਲਈ। ਹਾਂ, ਇਸ ਰਾਹ ਤੇ ਤੁਰਿਆ ਤੈਨੂੰ ਕਸ਼ਟ ਵੀ ਸਹਾਰਨੇ ਪੈਣੇ ਨੇ, ਪਰ ਜੇ ਉਹਨਾਂ ਮੁਸੀਬਤਾਂ, ਸੰਕਟਾਂ, ਪ੍ਰੀਖਿਆਵਾਂ ਨੂੰ ਤੂੰ ਸਹਿ ਗਿਆ, ਫਿਰ ਤੇਰਾ ਜੀਵਨ ਇਹੋ ਜਿਹਾ ਹੋ ਜਾਏਗਾ, ਨਿਰਮਲ ਭਏ ਚੀਤਾ ਤੂੰ ਨਿਰਮਲ ਹੋ ਜਾਏਗਾ। ਇਸ ਕਰਕੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਹਨ, ਇਹ ਮਾਨੋ ਚੰਚਲਾ ਚਤੁਰਾਈ ਕਿਨੈ ਨ ਪਾਇਆ। ਇੱਕ ਫਿਰੇ ਘਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਸਤਿਗੁਰੂ ਜੀ ਮਹਾਰਾਜ ਕਹਿੰਦੇ ਬੜੇ ਫਿਰਦੇ ਨੇ, ਗੱਲਾਂ ਕਰਦੇ ਪਏ ਨੇ, ਲੇਕਿਨ ਗੱਲਾਂ ਦੇ ਨਾਲ ਗੁਰੂ ਦੀ ਸਿੱਖਿਆ, ਗੁਰੂ ਦੀ ਵਿਚਾਰ, ਗੁਰੂ ਦਾ ਗਿਆਨ, ਗੁਰੂ ਦੀ ਰਾਹ ਤੇ ਚੱਲਣ ਵਾਲੀ ਮੱਤ ਹਾਸਲ ਨਹੀਂ ਹੋਣੀ। ਗੱਲਾਂ ਕੀ ਨੇ? ਜਪਜੀ ਦਾ ਪਾਠ ਕਰਕੇ ਜੀਵਨ ਵਿੱਚ ਜਪਜੀ ਕੀ ਵਸਾਇਆ, ਤੇ ਉਹ ਜਪਜੀ ਤੇਰੇ ਵਾਸਤੇ ਗੱਲਾਂ। ਯਾਦ ਰੱਖੀ, ਹਜ਼ਾਰਾਂ ਪਾਠ, ਹਜ਼ਾਰਾਂ ਨਾਮ ਜਪ ਲੈ, ਲੇਕਿਨ ਹਜ਼ਾਰਾਂ ਵਾਰ ਫੇਰੀ ਹੋਈ ਮਾਲਾ ਤਾਂ ਸਫਲ ਹੋਏਗੀ ਜੇ ਹਜ਼ਾਰਾਂ ਵਿੱਚੋਂ ਤੇਰੇ ਅੰਦਰ ਇੱਕ ਕਿਣਕਾ ਵਸ ਗਿਆ। ਜੇ ਇੱਕ ਕਿਣਕਾ ਵਸ ਗਿਆ ਤੇ ਹਜ਼ਾਰਾਂ ਫੇਰੀ ਮਾਲਾ ਸਫਲ ਹੋ ਜਾਏਗੀ। ਪਿਆਰ ਵਿੱਚ ਗਿਣਤੀ ਮਿਣਤੀ ਨਹੀਂ ਹੁੰਦੀ। ਕੋਈ ਪਿਓ ਆਪਣੇ ਬੱਚੇ ਨੂੰ ਪਿਆਰ ਕਰਦਾ, ਕਦੀ ਕਹਿੰਦਾ ਮੈਂ ਇੰਨੀ ਵਾਰ ਪਿਆਰ ਕਰ ਲਿਆ? ਨਹੀਂ ਗਿਣਦਾ। ਮਾਂ ਪੁੱਤ ਦਾ ਪਿਆਰ ਗਿਣਤੀਆਂ ਮਿਣਤੀਆਂ ਤੋਂ ਬਾਹਰ ਹੈ। ਉਹ ਤੂੰ ਗੁਰੂ ਨਾਲ ਪਿਆਰ ਕਰਨਾ, ਫਿਰ ਗਿਣਤੀਆਂ ਮਿਣਤੀਆਂ ਕਰਦਾ, ਇੰਨੀ ਮਾਲਾ ਫੇਰ ਲਈ, ਇੰਨਾ ਨਾਮ ਜਪ ਲਿਆ, ਨਹੀਂ। ਇਹ ਗਿਣਤੀਆਂ ਮਿਣਤੀਆਂ ਤੋਂ ਪਰੇ ਹੋ, ਚਤੁਰਾਈਆਂ ਨੂੰ ਛੱਡ। ਏਦਾਂ ਗਿਣਤੀਆਂ ਮਿਣਤੀਆਂ ਕਰਿਆ ਉਹਨੇ ਤੇਰੇ ਵੱਸ ਵਿੱਚ ਨਹੀਂ ਆਉਣਾ। ਤੂੰ ਇੱਕ ਕਿਣਕਾ ਹੀ ਵਸਾ ਲਈ, ਸੱਚ ਜਾਣੀ ਤੂੰ, ਤੇ ਉਹ ਇੱਕ ਮਿਕ ਹੋ ਜਾਏਗਾ। ਸਮੁੰਦਰ ਦੇ ਵਿੱਚ ਦਰਿਆ ਪੈ ਜਾਂਦੇ ਨੇ ਨਾ, ਭਾਵੇਂ ਜਿੱਡਾ ਵੱਡਾ ਮਰਜ਼ੀ ਦਰਿਆ ਹੋਵੇ, ਜਿੱਡੀ ਲੰਬੀ ਮਰਜ਼ੀ ਨਦੀ ਹੋਵੇ, ਜਦੋਂ ਸਮੁੰਦਰ ਵਿੱਚ ਪੈ ਜਾਂਦੀ ਹੈ, ਉਹ ਨਦੀ ਦਾ ਆਪਣਾ ਅਸਤਿਤਵ ਖਤਮ ਹੋ ਜਾਂਦਾ, ਉਹ ਸਮੁੰਦਰ ਦਾ ਰੂਪ ਹੋ ਜਾਂਦੀ ਹੈ। ਸੱਚ ਜਾਣੀ ਤੇਰੇ ਅੰਦਰ ਪ੍ਰਾਪਰਟੀ ਦਾ ਅਹੰਕਾਰ ਨਾ ਰਵੇ। ਜੇ ਤੂੰ ਗੁਰੂ ਦਾ ਸਿੱਖ ਹੈ, ਤੇਰੇ ਅੰਦਰ ਗਿਆਨ ਦਾ ਅਹੰਕਾਰ, ਵਿਦਵਤਾ ਦਾ ਅਹੰਕਾਰ, ਪਦਵੀ ਦਾ ਅਹੰਕਾਰ ਨਾ ਰਵੇ। ਜਿਸ ਦਿਨ ਤੇਰੀ ਮੱਤ ਗੁਰੂ ਨਾਨਕ ਦੇ ਵਿੱਚ ਮਿਲ ਗਈ, ਸ਼ਾਹੂਕਾਰ ਦਾ ਕਿਉਂ ਨਾ ਪੁੱਤਰ ਹੋਵੇ, ਗੁਰੂ ਨਾਨਕ ਦੀ ਸ਼ਰਣੀ ਪੈ ਗਿਆ ਏ। ਤੇ ਤ੍ਰੇਹਣ ਗੋਤ ਦੇ ਖੱਤਰੀ ਸਨ ਭਾਈ ਲਹਿਣਾ ਜੀ, ਦੁਕਾਨ ਸਨ ਉਹਨਾਂ ਦੀ ਆਪਣੀ ਹਰੀ ਕੇ ਪੱਤਣ ਦੇ ਵਿੱਚ, ਕਾਰਜ ਕਰਦੇ ਸਨ, ਪਰਿਵਾਰ ਸ਼ਾਹਾਂ ਦਾ ਸੀ। ਲੇਕਿਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਵਿੱਚ ਪਏ ਨੇ, ਇੱਕ ਦਾਸ ਬਣੇ ਨੇ, ਇੱਕ ਸੇਵਕ ਬਣੇ ਨੇ। ਜੋ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਹੁਕਮ ਕੀਤਾ, ਉਸ ਹੁਕਮ ਨੂੰ ਕਮਾਇਆ ਹੈ। ਤੇ ਹੁਕਮ ਕਮਾਉਣ ਲੱਗਿਆ ਇਹ ਗੁਰੂ ਨੇ ਕੀਤਾ ਕਿ ਮੇਰੇ ਕੋਲ ਇੰਨਾ ਪੈਸਾ, ਇੰਨਾ ਧਨ ਹੈ। ਇਸ ਗੁਰੂ ਨੂੰ ਤਿਆਗਿਆ ਹੈ। ਤਿਆਗਣ ਨਿਕਾ। ਇਸ ਤਿਆਗ ਨੂੰ ਦੇਖਣਾ ਹੈ ਨਾ, ਸਹੁਰਿਆਂ ਦੇ ਘਰ ਜਵਾਈ ਦੀ ਬੜੀ ਇੱਜ਼ਤ ਹੁੰਦੀ ਹੈ, ਬੜਾ ਮਾਣ ਤਾਣ ਹੁੰਦਾ ਹੈ। ਜੇ ਤਿਆਗ ਨੂੰ ਦੇਖਣਾ ਹੈ ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੂੰ ਵੇਖ ਲਈ। ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਰਿਸ਼ਤੇ ਵਿੱਚ ਸਹੁਰੇ ਲੱਗਦੇ ਸਨ ਗੁਰੂ ਰਾਮਦਾਸ ਸਾਹਿਬ ਜੀ ਦੇ, ਜਵਾਈ ਸਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਲੇਕਿਨ ਆਪ ਜੀ ਟੋਕਰੇ ਦੀ ਸੇਵਾ ਕਰਦੇ ਸਨ।
ਘੋੜਿਆਂ ਦੀ ਲਿੱਦ ਸਾਫ਼ ਕਰਦੇ ਸਨ, ਲੰਗਰਾਂ ਦੇ ਵਿੱਚ ਪ੍ਰਸ਼ਾਦਾ ਵਰਤਾਉਂਦੇ ਸਨ, ਹੱਥੀਂ ਸੇਵਾ ਕਰਦੇ ਸਨ, ਇੱਟਾਂ ਦੀ ਸੇਵਾ ਕਰਦੇ ਸਨ। ਉਸ ਸਮੇਂ ਜੋ ਚੱਕ ਰਾਮਦਾਸਪੁਰ ਤਿਆਰੀ ਵਿੱਚ ਸੀ, ਆਪ ਜੀ ਉੱਥੇ ਜਾ ਕੇ ਸੇਵਾ ਕਰਿਆ ਕਰਦੇ ਸਨ। ਗੁਰੂਰ ਨੇ ਕੀਤਾ, ਮਾਣ ਨੇ ਕੀਤਾ ਕਿ ਮੈਂ ਜਵਾਈ ਹਾਂ ਤੇ ਇਸ ਘਰ ਦੇ ਵਿੱਚ ਮੈਂ ਟੌਰ ਦੇ ਨਾਲ ਰਵਾਂ ਨਹੀਂ। ਲੋਕਾਂ ਨੇ ਮਿਹਣੇ ਵੀ ਮਾਰੇ ਹੈ, ਰਿਸ਼ਤੇਦਾਰ ਆ ਕੇ ਮਿਹਣੇ ਵੀ ਮਾਰ ਕੇ ਗਏ ਹੈ ਕਿ ਏਡਾ ਵੱਡਾ ਤੇਰਾ ਖਾਨਦਾਨ ਹੈ, ਤੂੰ ਇੱਥੇ ਜਵਾਈ ਬਣ ਕੇ ਤੇ ਟੋਕਰੇ ਢੋਂਦਾ ਫਿਰਦਾ ਹੈ। ਲੇਕਿਨ ਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਸ਼ਰਨ ਪਿਆ, ਜੀਵਨ ਪਵਿੱਤਰ ਨਿਰਮਲ ਹੋ ਗਿਆ। ਗੁਰੂ ਸਾਹਿਬ ਜੀ ਨੇ ਆਪਣਾ ਰੂਪ ਬਣਾ ਲਿਆ ਹੈ। ਅੱਜ ਉਹ ਹੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦਾ ਦਰ ਹੈ, ਜਿੱਥੇ ਜਾ ਕੇ ਸਾਡੇ ਵਰਗੇ ਫਰਿਆਦ ਕਰਦੇ ਹਨ, ਹੇ ਗੁਰੂ ਰਾਮਦਾਸ ਆਪਣੀ ਸ਼ਰਨ ਦੇ ਵਿੱਚ ਰੱਖ ਲੈ। ਤੇਰਾ ਜੀਵਨ ਇਹੋ ਜਿਹਾ ਹੋ ਜਾਏਗਾ। ਇੱਕ ਸਮਾਂ ਉਹ ਹੈ ਜਦੋਂ ਅਸੀਂ ਅਰਦਾਸਾਂ ਕਰਦੇ ਹਾਂ, ਲੇਕਿਨ ਇੱਕ ਸਮਾਂ ਉਹ ਹੋਏਗਾ ਜਦੋਂ ਗੁਰੂ ਦੇ ਨਾਲ ਜੁੜਿਆ ਸਾਡਾ ਜੀਵਨ ਉਸ ਮਰਤਬੇ ਤੱਕ ਪਹੁੰਚ ਜਾਏਗਾ ਕਿ ਲੋਕ ਸਾਨੂੰ ਮਿਲਣ ਵਾਸਤੇ ਆਇਆ ਕਰਨ। ਏਡਾ ਵੱਡਾ ਜੀਵਨ ਤੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਪੋਸੀਬਲ ਕਿਵੇਂ ਹੋਏਗਾ? ਜਲਨ ਬੁਝੀ ਸੀਤਲ ਹੋਏ ਮਨਵਾ। ਇਹ ਮਨਵਾ ਸੀਤਲ ਤਾਂ ਹੋਏਗਾ ਭਾਈ ਜੇ ਤੂੰ ਅੰਮ੍ਰਿਤ ਰੂਪੀ ਨਾਮ ਨੂੰ, ਸ਼ੀਤਲ ਗੁਰੂ ਨੂੰ ਆਪਣੇ ਅੰਦਰ ਵਸਾ ਲੈ। ਭਗਤ ਸਾਹਿਬਾਨਾਂ ਦਾ ਇੱਕ ਵਚਨ, ਕੱਚੋਂ ਕੰਚਨ ਭਇਓ ਸ਼ਬਦ ਗੁਰ ਸਵਰਣੈ ਸੁਣਿਓ, ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਪੜਿਓ। ਲੋਹ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ, ਪਾਹੜ ਪਾਹੜ ਕਹਿੰਦੇ ਪੱਥਰ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰ। ਕਾਠੋਂ ਸ਼੍ਰੀ ਖੰਡ, ਕਾਠ ਕਹਿੰਦੇ ਲੱਕੜ, ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨ ਕੇ ਗਏ ਸਤਿਗੁਰ ਚਰਨ ਜਿਨ ਪਰਸਿਆ। ਸਿਪਾਸ ਪ੍ਰੇਤ ਸੁਰ ਨਰ ਭਏ, ਉਹ ਸੁਰ ਨਰ ਦੇਵਤੇ ਬਣ ਗਏ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਜੇ ਇਹੋ ਜਿਹਾ ਜੀਵਨ ਪਾਉਣਾ ਹੈ, ਜੇ ਕਾਠੋਂ ਸ਼੍ਰੀ ਖੰਡ ਹੋਣਾ ਹੈ, ਜੇ ਲੋਹ ਹੋਇਓ ਲਾਲ। ਲੋਹੇ ਦੀ ਕੀਮਤ ਆਪਣੀ ਹੁੰਦੀ ਹੈ, ਲੇਕਿਨ ਲਾਲ ਦੀ ਕੀਮਤ 1000 ਗੁਣਾ ਉੱਚੀ ਹੁੰਦੀ ਹੈ। ਸਤਿਗੁਰੂ ਕਹਿੰਦੇ ਜੇ ਲਾਲ ਬਣਨਾ ਹੈ ਨਾ, ਜੇ ਕੀਮਤੀ ਰਤਨ ਬਣਨਾ ਹੈ, ਤੇ ਫਿਰ ਗੁਰੂ ਦੀ ਸ਼ਰਨ ਦੇ ਵਿੱਚ ਪੈ, ਇਹਨੇ ਤੈਨੂੰ ਥੱਲੇੋਂ ਜ਼ਮੀਨ ਤੋਂ ਅਸਮਾਨ ਤੇ ਲੈ ਜਾਣਾ। ਤੇ ਆਪ ਜੀ ਫਰਮਾਨ ਕਰਦੇ ਹਨ, ਜੀਵਨ ਵਿੱਚ ਚੇਂਜ ਕੀ ਆਇਆ? ਸਤਿਗੁਰ ਦਾ ਦਰਸ਼ਨ ਪਾਏ ਜੀਓ। ਗੁਰੂ ਦਾ ਦਰਸ਼ਨ ਪਾਉਣ ਦੇ ਨਾਲ ਹੋਇਆ ਕੀ ਹੈ? ਸੁਖ ਭਇਆ ਦੁੱਖ ਦੂਰ ਪਰਾਨਾ। ਸੁਖ ਹੀ ਸੁਖ ਵਾਪਰ ਗਿਆ। ਜੀਵਨ ਦੇ ਅੰਦਰ ਜੋ ਦੁੱਖ ਸੀ, ਜੋ ਕਸ਼ਟ ਸੀ, ਉਹਦਾ ਨਾਸ਼ ਕਰ ਦਿੱਤਾ ਗੁਰੂ ਸਾਹਿਬ ਨੇ। ਦੁੱਖ ਦੂਰ ਪਰਾਨਾ, ਦੂਰ ਹੋ ਗਿਆ। ਕਸ਼ਟ ਕੀ ਹੈ? ਜਦੋਂ ਅਸੀਂ ਦੁਖੀ ਹੁੰਦੇ ਆ ਤੇ ਸਾਡੇ ਦੁੱਖ ਦਾ ਕਾਰਨ ਕੀ ਹੁੰਦਾ? ਗੁਰਬਾਣੀ ਅੰਦਰ ਸਤਿਗੁਰੂ ਜੀ ਮਹਾਰਾਜ ਜੀ ਨੇ ਦਰਜ ਕੀਤਾ। ਦੁੱਖ ਵਿਛੋੜਾ, ਇੱਕ ਦੁੱਖ ਭੋਗ, ਇੱਕ ਦੁੱਖ ਸਖਤ ਵਾਰ ਜਮ ਦੂਰ, ਇੱਕ ਦੁੱਖ ਰੋਗ ਲੱਗੇ ਤਨ ਧਾਏ। ਜਦੋਂ ਅਸੀਂ ਕਿਸੇ ਚੀਜ਼ ਨਾਲ ਜੁੜਦੇ ਆ, ਇੱਕ ਚੀਜ਼ ਨਾਲ ਜੁੜ ਕੇ ਦੂਸਰੇ ਨਾਲ ਟੁੱਟਦੇ ਆ, ਸਤਿਗੁਰੂ ਜੀ ਕਹਿੰਦੇ ਦੁੱਖ ਹੈ। ਜ਼ਿੰਦਗੀ ਨਾਲੋਂ ਟੁੱਟ ਕੇ ਮੌਤ ਨਾਲ ਜੁੜਦੇ ਆ, ਦੁੱਖ ਹੈ। ਸਾਡਾ ਕੋਈ ਰਿਸ਼ਤੇਦਾਰ ਸਾਡੇ ਨਾਲ ਟੁੱਟ ਕੇ ਹੋਰ ਨਾਲ ਜੁੜ ਜਾਂਦਾ, ਦੁੱਖ ਹੈ। ਅਸੀਂ ਪੈਸੇ ਨਾਲ ਟੁੱਟ ਕੇ ਨਿਰਧਨਤਾ ਦੇ ਨਾਲ, ਗਰੀਬੀ ਨਾਲ ਜੁੜਦੇ, ਦੁੱਖ ਹੈ। ਸਰੀਰ ਦੇ ਉੱਪਰ ਕੋਈ ਕਸ਼ਟ ਆ ਜਾਂਦਾ, ਦੁੱਖ ਹੈ। ਰੋਗ ਲੱਗੇ ਤਨ ਧਾਏ, ਤਨ ਧਾਹਾ ਮਾਰਦਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਜੀਵਨ ਵਿੱਚ ਦੁੱਖ ਕੀ ਹੈ? ਸਰੀਰਕ ਕਸ਼ਟ, ਆਤਮਿਕ ਕਸ਼ਟ ਤੇਰੇ ਜੀਵਨ ਦਾ ਸਭ ਤੋਂ ਵੱਡਾ ਦੁੱਖ ਹੈ। ਸਰੀਰਕ ਕਸ਼ਟ ਤਾਂ ਆਏਗਾ ਜਦੋਂ ਤੂੰ ਆਪਣੇ ਆਪ ਦੀ ਸੰਭਾਲ ਨਹੀਂ ਕਰੇਗਾ, ਜਦੋਂ ਤੂੰ ਆਪਣੇ ਆਪ ਵਿੱਚ ਸੁਚੇਤ ਨਹੀਂ ਰਹੇਗਾ। ਤੇਰਾ ਖਾਣ ਪਾਣ ਚੰਗਾ ਨਹੀਂ ਹੋਏਗਾ, ਤੇਰਾ ਰਹਿਣ ਸਹਿਣ ਚੰਗਾ ਨਹੀਂ ਹੋਏਗਾ। ਆਤਮਿਕ ਕਸ਼ਟ ਤਾਂ ਆਏਗਾ ਜਦੋਂ ਤੇਰੀ ਸੰਗਤ ਚੰਗੀ ਨਹੀਂ ਹੋਏਗੀ। ਜਦੋਂ ਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਕਰਦੇ ਆ ਨਾ, ਤੇ ਸਤਿਗੁਰੂ ਜੀ ਮਹਾਰਾਜ ਸਾਡੀ ਆਤਮਾ ਦੇ ਦੁੱਖ ਕੱਟਦੇ ਨੇ। ਜਦੋਂ ਆਤਮਿਕ ਦੁੱਖ ਕੱਟੇ ਜਾਣ, ਉਦੋਂ ਸਰੀਰਕ ਦੁੱਖਾਂ ਦਾ ਵੀ ਨਾਸ਼ ਹੋ ਜਾਂਦਾ। ਬਹੁਤੇ ਦੁੱਖ ਸਾਡੇ ਮਾਈਂਡ ਨਾਲ ਜੁੜੇ ਹੋਏ ਨੇ, ਸਾਡੀ ਆਤਮਾ ਨਾਲ ਜੁੜੇ ਹੋਏ ਨੇ। ਬੰਦਾ ਦੁਖੀ ਹੋਵੇ, ਬੰਦਾ ਅੰਦਰੋਂ ਪਰੇਸ਼ਾਨ ਹੋਵੇ, ਸਰੀਰ ਦੇ ਉੱਪਰ ਕੋਈ ਦਵਾਈ ਵੀ ਅਸਰ ਨਹੀਂ ਕਰਦੀ।
ਜਦੋਂ ਬੰਦੇ ਦੇ ਅੰਦਰ ਪੋਜ਼ਿਟਿਵਿਟੀ ਖਤਮ ਹੋ ਜਾਂਦੀ ਹੈ, ਜਦੋਂ ਅੰਦਰ ਸਕਾਰਾਤਮਕਤਾ ਦਾ ਅੰਤ ਹੋ ਜਾਂਦਾ ਹੈ, ਮਨੁੱਖ ਦਾ ਸਰੀਰ ਆਪਣੇ ਆਪ ਖੀਨ ਹੋ ਜਾਂਦਾ ਹੈ। ਸਿਆਣਿਆਂ ਦੇ ਕਥਨ ਨੇ, ਚਿਤਾ ਸਮਾਨ ਹੈ। ਜਿਸ ਮਨੁੱਖ ਨੂੰ ਚਿੰਤਾ ਦਾ ਰੋਗ ਲੱਗ ਜਾਵੇ, ਉਸ ਮਨੁੱਖ ਦੀ ਜੀਵਨ ਚਿਤਾ ਵਰਗੀ ਹੋ ਜਾਂਦੀ ਹੈ, ਅੰਦਰੋਂ ਹੀ ਸੜਦਾ ਹੈ ਤੇ ਅੰਦਰੋਂ ਸਰੀਰ ਕਮਜ਼ੋਰੀ ਵੱਲ ਵੱਧਦਾ ਹੈ, ਡਲ ਹੋ ਜਾਂਦਾ ਹੈ ਸਰੀਰ। ਤੇ ਜਿਸ ਮਨੁੱਖ ਦੀ ਸੰਗਤ ਮਾੜੀ ਹੋ ਗਈ ਹੈ, ਮਾੜੀ ਸੰਗਤ ਵਿੱਚ ਪੈ ਕੇ ਇਹ ਕਾਮੀ ਬਣ ਗਿਆ ਹੈ, ਜਦੋਂ ਕਾਮੀ ਬਣਿਆ ਤੇ ਸਰੀਰ ਕਮਜ਼ੋਰੀ ਵਿੱਚ ਆ ਗਿਆ। ਜਦੋਂ ਲੋਭੀ ਬਣਿਆ, ਇਹਨੇ ਸਰੀਰ ਨੂੰ ਤਪਾਇਆ, ਇਹਨੇ ਸਰੀਰ ਨੂੰ ਚੈਨ ਦੇ ਨਾਲ ਬੈਠਣ ਨਹੀਂ ਦਿੱਤਾ, ਖਲੋਣ ਨਹੀਂ ਦਿੱਤਾ। ਇਸ ਸਰੀਰ ਦੀ ਫਿਟਨੈਸ ਪੂਰੀ ਨਹੀਂ ਹੋਈ, ਪੈਸਿਆਂ ਕਰਕੇ ਭੱਜਾ ਫਿਰਦਾ, ਕਦੀ ਇੱਧਰ ਜਾਂਦਾ ਕਦੀ ਉੱਧਰ ਜਾਂਦਾ, ਸਰੀਰ ਦੇ ਰੋਗ ਆ ਗਏ। ਤੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਜਦੋਂ ਲੋਭੀ ਹੋ ਗਿਆ, ਕਾਮੀ ਹੋ ਗਿਆ, ਲਾਲਚੀ ਹੋ ਗਿਆ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਪੰਜ ਵਿਕਾਰ ਇਹਦੇ ਅੰਦਰ ਆਣ ਬੈਠੇ ਨੇ। ਮਾੜੀ ਸੰਗਤ ਕਰਕੇ, ਮਾੜੀ ਮੈਂਟੈਲਿਟੀ, ਮਾੜੀ ਸੋਚ ਕਰਕੇ ਜਦੋਂ ਇਹਨਾਂ ਪੰਜਾਂ ਵਿਕਾਰਾਂ ਨੇ ਵਾਸਾ ਕੀਤਾ ਹੈ ਤੇ ਫਿਰ ਇਹ ਸਟ੍ਰੈਸ ਦਾ ਰੋਗੀ ਹੋ ਗਿਆ। ਸਦਾ ਹੀ ਇਹਦੇ ਦਿਮਾਗ ਵਿੱਚ, ਸਿਰ ਵਿੱਚ ਪੀੜ ਰਹਿੰਦੀ ਹੈ, ਬੀਪੀ ਲੋ, ਬੀਪੀ ਹਾਈ, ਕਈ ਬਿਮਾਰੀਆਂ ਲੱਗ ਜਾਂਦੀਆਂ। ਸਟ੍ਰੈਸ ਦੇ ਨਾਲ ਕਈ ਬਿਮਾਰੀਆਂ ਦਾ ਨਾਲ ਸੰਗ ਹੋ ਜਾਂਦਾ। ਤੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਹਨ, ਗੁਰੂ ਦੀ ਸ਼ਰਨ ਵਿੱਚ ਪਿਆ ਆਤਮਿਕ ਰੋਗ ਕੱਟੇ ਜਾਂਦੇ ਨੇ। ਦੁਨੀਆ ਵਿੱਚ ਕੋਈ ਡਾਕਟਰ ਇਹੋ ਜਿਹਾ ਨਹੀਂ ਹੈ ਜਿਹੜਾ ਆਤਮਿਕ ਰੋਗਾਂ ਦੀ ਦਵਾਈ ਦਿੰਦਾ ਹੋਵੇ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਕੋਈ ਇੰਜੈਕਸ਼ਨ ਬਣਿਆ, ਕੋਈ ਗੋਲੀ ਬਣੀ ਹੋਵੇ, ਨਹੀਂ। ਸਤਿਗੁਰੂ ਜੀ ਮਹਾਰਾਜ ਕਹਿੰਦੇ ਇੱਥੇ ਗੁਰੂ ਦੀ ਸ਼ਰਨ ਵਿੱਚ ਆਈ, ਵੇਖੀ ਤੇਰੇ ਸਾਰੇ ਰੋਗ ਗੁਰੂ ਨੇ ਵਸ ਕਰ ਦੇਣੇ ਹੈ, ਤੈਨੂੰ ਨਾਮ ਦੀ ਦਾਰੂ ਦੇ ਦੇਣੀ ਹੈ। ਇਹ ਨਾਮ ਦੀ ਦਾਤ ਜਿਸ ਮਨੁੱਖ ਨੂੰ ਮਿਲ ਗਈ, ਉਹ ਗੁਰੂ ਦੇ ਸੰਗ ਜੁੜਿਆ ਨਿਰੋਗ ਹੋ ਜਾਂਦਾ ਹੈ। ਉਹਦੇ ਜੀਵਨ ਵਿੱਚੋਂ ਆਹ ਰੋਗ ਖਤਮ ਹੋ ਜਾਂਦੇ। ਤੇ ਜੇ ਆਹ ਰੋਗ ਖਤਮ ਹੋ ਗਏ, ਬੰਦਾ ਆਪਣੀ ਫਿਟਨੈਸ ਰੱਖਦਾ, ਉਹ ਖਾਂਦਾ ਜਿਹੜੀ ਉਹਨੂੰ ਸਮਝ ਆਉਂਦੀ ਹੈ ਕਿ ਚੰਗੀ ਹੈ। ਗੁਰੂ ਸਾਹਿਬ ਜੀ ਨੇ ਕੰਡੀਸ਼ਨ ਨਹੀਂ ਲਗਾਈ ਕਿਹੜੀ ਚੀਜ਼ ਖਾਓ, ਕਿਹੜੀ ਚੀਜ਼ ਨਾ ਖਾਓ। ਸਤਿਗੁਰੂ ਜੀ ਕਹਿੰਦੇ ਤੂੰ ਆਪ ਡਿਸੀਜਨ ਲੈਣਾ, ਡਿਸਾਈਡ ਤੂੰ ਆਪ ਕਰਨਾ ਹੈ ਕਿ ਜਿਹੜੀ ਚੀਜ਼ ਤੇਰੇ ਜੀਵਨ ਅੰਦਰ ਤੈਨੂੰ ਰੋਗੀ ਨਹੀਂ ਬਣਾਉਂਦੀ, ਤੂੰ ਉਹਨੂੰ ਖਾ। ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਖਾਦਾ ਤਨ ਪੀੜੀ ਹੈ, ਮਨ ਮੈਂ ਚੱਲਣਾ ਵਿਕਾਰ। ਸਤਿਗੁਰੂ ਜੀ ਮਹਾਰਾਜ ਜੀ ਦੇ ਪਾਵਨ ਵਚਨ ਨੇ। ਅੱਗੇ ਸਤਿਗੁਰੂ ਜੀ ਮਹਾਰਾਜ ਸਮਝਾ ਰਹੇ ਹਨ, ਸੁਖ ਭਇਆ ਦੁੱਖ ਦੂਰ ਪ੍ਰਾਨਾ, ਇਹ ਤਾਂ ਗੁਰੂ ਨੇ ਮੱਤ ਦਿੱਤੀ ਹੈ। ਜੀਵਨ ਅੰਦਰ ਆਤਮਿਕ ਸੁਖ ਮਿਲਿਆ ਹੈ, ਆਤਮਿਕ ਸੰਤੁਸ਼ਟੀ ਮਿਲੀ ਹੈ, ਦੁੱਖ ਦੂਰ ਪ੍ਰਾਨਾ, ਦੁੱਖ ਦੂਰ ਜਾ ਗਿਆ, ਖਤਮ ਹੋ ਗਿਆ। ਸੰਤ ਰਸਨ ਹਰ ਨਾਮ ਵਖਾਨਾ, ਸੰਤਾਂ ਦੀ ਰਸਨਾ ਦੇ ਨਾਲ ਹਰੀ ਨਾਮ ਨੂੰ ਜੋ ਸੰਤਾਂ ਨੇ ਵਿਗਿਆਨ ਕੀਤਾ, ਮੈਨੂੰ ਉਹਦੀ ਸੋਝੀ ਆਈ ਹੈ, ਮੈਨੂੰ ਉਹਦਾ ਪਤਾ ਚੱਲਿਆ। ਜਲ ਥਲ ਨੀਰ ਭਰੇ ਸਰਸੋ ਭਰ, ਬਿਰਥਾ ਕੋਈ ਨਾ ਜਾਏ ਜਿਉ। ਇਹ ਸੱਚੇ ਪਾਤਸ਼ਾਹ ਮੈਨੂੰ ਇਹ ਸਮਝ ਆਈ ਹੈ ਕਿ ਜਲ ਵਿੱਚ ਵੀ ਤੂੰ ਹੈ ਤੇ ਥਲ ਵਿੱਚ ਵੀ ਤੂੰ ਹੈ, ਚਾਰੇ ਦਿਸ਼ਾਵਾਂ ਦੇ ਅੰਦਰ ਤੂੰ ਹੈ, ਹਰ ਜਗ੍ਹਾ ਤੇਰਾ ਹੀ ਵਾਸਾ ਹੈ। ਮੈਂ ਕਿਤੋਂ ਲੁਕਾ ਰੱਖਾਂ, ਮੈਂ ਕਿਹਦੇ ਨਾਲ ਬੇਈਮਾਨੀ ਕਰਾਂ, ਹਰ ਜਗ੍ਹਾ ਤੂੰ ਵਸਦਾ ਹੈ। ਮੇਰੇ ਅੰਦਰ ਵੀ ਤੂੰ ਹੈ, ਉਹਦੇ ਅੰਦਰ ਵੀ ਤੂੰ ਹੈ, ਕਿਹਦੇ ਨਾਲ ਛਲ ਕਰਾਂ, ਸਭਨਾਂ ਦੇ ਅੰਦਰ ਤੂੰ ਵਸਦਾ ਹੈ। ਜੇ ਇਸ ਗੱਲ ਦੀ ਸਮਝ ਆ ਗਈ ਤੇ ਭਗਤ ਕਬੀਰ ਸਾਹਿਬ ਜੀ ਦੇ ਉਹ ਵਚਨਾਂ ਦੇ ਅਨੁਸਾਰ ਸਾਡੇ ਜੀਵਨ ਦੀ ਅਵਸਥਾ ਬਣ ਜਾਏਗੀ, ਤੂੰ ਕਰਤਾ ਤੂੰ ਹੁਆ। ਤੇ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਦਇਆ ਧਾਰੀ ਤਿਨ ਸਿਰਜਣਹਾਰੇ, ਉਸ ਪ੍ਰਮਾਤਮਾ, ਉਸ ਸਿਰਜਣਹਾਰੇ ਨੇ ਬੜੀ ਦਇਆ ਕੀਤੀ ਹੈ। ਜੀ ਜੰਤ ਸਗਲੇ ਪ੍ਰਤਪਾਲੇ, ਉਹ ਆਪਣੇ ਹੁਕਮ ਦੇ ਵਿੱਚ ਸਾਰੇ ਜੀਵਾਂ ਦੀ ਪ੍ਰਤਪਾਲਣਾ ਕਰਦਾ ਹੈ, ਸਭਨਾਂ ਨੂੰ ਪ੍ਰਤਪਾਲਦਾ ਹੈ। ਉਹ ਜੀਵਨ ਦੇ ਅੰਦਰ ਰਿਜ਼ਕ ਬਖਸ਼ਿਸ਼ ਕਰਦਾ ਹੈ। ਰਿਜ਼ਕ ਕਿਸੇ ਮਨੁੱਖ ਦੇ ਹੱਥ ਵਿੱਚ ਨਹੀਂ, ਰਿਜ਼ਕ ਉਸ ਪ੍ਰਮਾਤਮਾ ਦੇ ਹੱਥ ਵਿੱਚ। ਜਨਮ ਲੈਣ ਤੋਂ ਪਹਿਲਾਂ ਸਾਡੇ ਭੋਜਨ ਦਾ ਪ੍ਰਬੰਧ ਕਰਦਾ ਹੈ। ਤੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਹਨ, ਉਹ ਪ੍ਰਤਪਾਲਨਹਾਰਾ, ਉਹ ਪ੍ਰਤਪਾਲਕ, ਮਿਹਰਬਾਨ ਕਿਰਪਾਲ ਦਇਆਲਾ, ਸਗਲੇ ਤ੍ਰਿਪਤ ਅਗਾਏ ਜਿਉ। ਉਹ ਬੜਾ ਹੀ ਮਿਹਰਬਾਨ ਹੈ, ਉਹ ਬੜਾ ਹੀ ਦਿਆਲ ਹੈ, ਉਹ ਕਿਰਪਾਲ ਹੈ। ਤੇ ਫਿਰ ਕੀ ਹੈ, ਤ੍ਰਿਪਤ ਅਗਾਏ ਜਿਉ, ਸਭਨਾਂ ਨੂੰ ਰਿਜ਼ਕ ਦੇ ਕੇ ਸਭਨਾਂ ਦੀ ਭੁੱਖ ਸ਼ਾਂਤ ਕਰਨ ਵਾਲਾ। ਅਸੀਂ ਉਹ ਤੋਂ ਮੰਗਦੇ ਹਾਂ ਆਪਣੇ ਸਵਾਰਥਾਂ ਦੇ ਨਾਲ, ਆਪਣੀ ਇੱਛਾ ਦੇ ਨਾਲ,
ਹਵਾ ਪਾਣੀ ਮਾਂ ਬਾਪ ਬਿਨਾਂ ਮੰਗਿਆ ਸਾਨੂੰ ਉਸ ਪ੍ਰਮਾਤਮਾ ਨੇ ਦਿੱਤੇ। ਗੁਰੂ ਸਾਹਿਬ ਜੀ ਕਹਿੰਦੇ ਮੰਮਾ ਮੰਗਣਹਾਰ ਇਆਨਾ। ਸਮਝਦਾ ਹਾਂ ਕਿ ਜਿਹੜਾ ਮਨੁੱਖ ਆ ਕੇ ਡਿਮਾਂਡ ਕਰ ਰਿਹਾ ਮੰਗ ਕਰ ਰਿਹਾ ਕੋਈ ਆਣਾ ਇਹਨੂੰ ਸਮਝ ਨਹੀਂ ਕਿ ਮੰਗਣਾ ਕੀ ਹੈ। ਜਿਨ੍ਹਾਂ ਚੀਜ਼ਾਂ ਦੀ ਲੋੜ ਹੈ ਉਹ ਪ੍ਰਮਾਤਮਾ ਆਪਣੇ ਆਪ ਤੈਨੂੰ ਦਿੰਦਾ ਹੈ। ਅਸੀਂ ਕਦੀ ਡਾਕਟਰ ਕੋਲ ਜਾ ਕੇ ਵਿਚਾਰ ਵਿਮਰਸ਼ ਕਰਕੇ ਦੇਖੀਏ ਨਾ, ਕੋਈ ਬਿਮਾਰੀ ਸਾਡੇ ਅੰਦਰ ਪੈਦਾ ਹੁੰਦੀ ਹੈ ਨਾ, ਤੇ ਐਂਟੀਬਾਡੀ ਜਿਹੜੀ ਸਾਡੇ ਅੰਦਰ ਸੈਲਸ ਬਣ ਜਾਂਦੇ ਨੇ ਉਸ ਬਿਮਾਰੀ ਨੂੰ ਖਤਮ ਕਰਨ ਵਾਸਤੇ ਅੰਦਰ ਸਾਡੇ ਖੂਨ ਦੇ ਇਹੋ ਜਿਹੀ ਕਿਰਿਆ ਹੁੰਦੀ ਹੈ ਕਿ ਪੈਦਾ ਹੋਈ ਬਿਮਾਰੀ ਦਾ ਨਾਸ਼ ਹੋ ਜਾਂਦਾ। ਹੁਣ ਇਹ ਚੀਜ਼ ਅਸੀਂ ਰੱਬ ਤੋਂ ਮੰਗੀ ਕਿਤੇ, ਅਸੀਂ ਆਖਿਆ ਉਹਨੂੰ ਸਾਡੇ ਅੰਦਰ ਪੈਦਾ ਕਰਨਾ ਹੀ। ਪਰਮਾਤਮਾ ਨੇ ਬਿਨਾਂ ਮੰਗਿਆ ਹੀ ਇਹ ਚੀਜ਼ ਸਾਨੂੰ ਦਿੱਤੀ ਹੈ। ਇਸ ਕਰਕੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਉਹ ਨਾ ਮੰਗ ਜੋ ਤੈਨੂੰ ਮਿਲ ਰਿਹਾ ਹੈ, ਉਹ ਮੰਗ ਜੋ ਤੇਰੇ ਕੋਲ ਨਹੀਂ ਹੈ। ਉਹ ਮੰਗ ਕੀ ਹੈ? ਉਹ ਐਜੂਕੇਸ਼ਨ ਦੀ ਮੰਗ, ਉਹ ਹੈ ਗਿਆਨ ਦੀ ਮੰਗ, ਉਹ ਹੈ ਨਾਮ ਦੀ ਮੰਗ ਕਿ ਹੇ ਸੱਚੇ ਪਾਤਸ਼ਾਹ ਮੈਨੂੰ ਜੀਵਨ ਜੀਣ ਦੀ ਸੋਝੀ ਬਖਸ਼ਿਸ਼ ਕਰ ਦੇ, ਮੈਨੂੰ ਆਪਣਾ ਨਾਮ ਦੇ ਦੇ। ਜਿਸ ਨਾਮ ਨੂੰ ਪ੍ਰਾਪਤ ਕਰਿਆ ਮੇਰੇ ਜੀਵਨ ਦੇ ਅੰਦਰ ਸਾਰੀਆਂ ਭੁੱਖਾਂ ਸ਼ਾਂਤ ਹੋ ਜਾਣ, ਮੈਂ ਸੈਟੀਸਫਾਈਡ ਹੋ ਜਾਵਾਂ, ਆਪਣੇ ਜੀਵਨ ਤੋਂ ਸੰਤੁਸ਼ਟ ਹੋ ਜਾਵਾਂ। ਦਇਆ ਧਾਰੀ ਜਿਨ ਸਿਰਜਣਹਾਰੇ, ਇਹ ਦਇਆ ਕੀਤੀ ਹੈ ਸਿਰਜਣਹਾਰੇ ਸਾਨੂੰ ਬਣਾਉਣ ਵਾਲੇ ਕਿਰਪਾਲ ਪ੍ਰਭੂ। ਤੇ ਫਿਰ ਕਹਿੰਦੇ ਵਾਣ ਤ੍ਰੇਣ ਤ੍ਰੇ ਭਵਨ ਕੀ ਤੋੜ ਹਰਿਆ, ਦੁਨੀਆ ਦੇ ਸਾਰੇ ਦਰਖਤ ਪ੍ਰਕਿਰਤੀ ਨੂੰ ਹਰਿਆਵਲ ਦਿੱਤੀ ਹੈ। ਕਰਨਹਾਰ ਖਿਣ ਭੀਤਰ ਕਰਿਆ, ਤੇ ਉਹਨੂੰ ਇਹ ਸਭ ਕੁਝ ਬਣਾਉਣ ਵਿੱਚ ਬਹੁਤਾ ਜ਼ਿਆਦਾ ਲੰਮਾ ਸਮਾਂ ਨਹੀਂ ਲੱਗਿਆ, ਉਹਨੇ ਖਿਣ ਦੇ ਵਿੱਚ ਹੀ ਇਹ ਸਭ ਕੁਝ ਕੀਤਾ ਹੈ। ਗੁਰਮੁਖ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਏ ਜੀਓ, ਹਰਿਆਵਲ ਬਾਹਰ ਦੀ ਨੈਚੁਰਲ ਹਰਿਆਵਲ ਤਾਂ ਹੈ, ਇਹ ਤਾਂ ਪਰਮਾਤਮਾ ਦਾ ਕੁਦਰਤ ਦਾ ਨਿਯਮ ਹੈ। ਲੇਕਿਨ ਇੱਕ ਬਸੰਤ ਦੀ ਗੱਲ ਸਤਿਗੁਰੂ ਜੀ ਮਹਾਰਾਜ ਕਰਦੇ ਹੋਏ ਕਹਿੰਦੇ ਹਨ ਜੀ ਜੰਤ ਸਭ ਸੁਖੀ ਵਸਾਏ। ਆ ਜਿਹੜੀ ਬਸੰਤ ਤੇਰੇ ਅੰਦਰ ਆਉਣੀ ਚਾਹੀਦੀ ਹੈ। ਬਾਹਰ ਦੀ ਬਸੰਤਤਾ ਹੈ, ਬਾਹਰ ਦੀ ਹਰਿਆਵਲਤਾ ਹੈ, ਪਰ ਜਿਹੜਾ ਤੇਰਾ ਮਨ ਸੂਕੇ ਕਾਸ਼ਟ ਹੋ ਗਿਆ ਹੈ ਨਾ, ਇਸ ਸੂਕੇ ਕਾਸ਼ਟ ਨੂੰ ਵੀ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਖੇਣ ਵਿੱਚ ਹਰਿਆ ਕਰ ਦਿੱਤਾ। ਆਤਮਕ ਰੋਗਾਂ ਦੇ ਨਾਲ ਜੋ ਤੇਰਾ ਮਨ ਸੁੱਕ ਚੁੱਕਿਆ ਸੀ, ਜੋ ਤੇਰਾ ਅੰਦਰ ਸੁੱਕ ਚੁੱਕਿਆ ਸੀ, ਗੁਰੂ ਨਾਨਕ ਦੀ ਕਿਰਪਾ ਹੋਈ ਹੈ। ਹੁਣ ਤੇਰੇ ਅੰਦਰ ਆ ਜਿਹੜਾ ਬਸੰਤ ਵੀ ਆ ਗਿਆ, ਤੇਰਾ ਮਨ ਹਰਿਆਵਲ ਹੋ ਗਿਆ। ਆ ਜਿਹੜੀਆਂ ਅੱਖਾਂ ਕੰਨ ਜ਼ੇਬਾ ਕਰਮ ਇੰਦਰੀ ਗਿਆਨ ਇੰਦਰੀ ਜੀ ਜੰਤ ਸਨ, ਇਹਨਾਂ ਨੂੰ ਵੀ ਗੁਰੂ ਨੇ ਕਿਰਪਾ ਕਰਕੇ ਹਰਿਆਵਲ ਬਖਸ਼ ਦਿੱਤੀ ਹੈ। ਹੁਣ ਇਹ ਹਰੇ ਹੋ ਗਏ ਨੇ। ਹੁਣ ਜਦੋਂ ਅੱਖਾਂ ਦੇਖਦੀਆਂ ਨੇ ਤੱਕਦੀਆਂ ਨੇ ਚੰਗਾ ਦਿਖਦੀਆਂ। ਜ਼ੁਬਾਨ ਰਸਨਾ ਹੁਕਮ ਵਿੱਚ ਚੱਲਦੀ ਪਈ ਹੈ, ਪਾਲਣਹਾਰੇ ਦੇ ਹੁਕਮ ਕੀ ਹੈ? ਇਹ ਰਸਨਾ ਅਨ ਰਸ ਨੂੰ ਛਾੜ ਤੇ ਗੁਰੂ ਹਰਿ ਨਾਮ ਰਸ ਦੇ ਵਿੱਚ ਲਿਪਤ ਹੋ ਕੇ ਚੰਗੇ ਬੋਲ ਬੋਲਿਆ ਕਰ। ਇਹ ਰਸਨਾ ਤੂੰ ਅਨ ਰਸ ਰਾਜ ਨਹੀਂ। ਹਰਿਆਵਲ ਹੁੰਦਾ ਮਤਲਬ ਹੈ ਕਿ ਅਨ ਰਸ ਛੱਡ ਕੇ ਹਰਿ ਨਾਮ ਰਸ ਵਿੱਚ ਬੋਲਣ ਲੱਗ ਪਈ ਹੈ। ਇਹ ਸਰਵਨ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਏ, ਚੁਗਲੀ ਨਿੰਦਾ ਛੱਡ ਕੇ ਹੰਕਾਰ ਦੀ ਬੋਲੀ ਛੱਡ ਕੇ ਇਹ ਕੰਨ ਹੁਣ ਗੁਰੂ ਦੀ ਸਿਫਤ ਸਲਾਹ ਦੇ ਵਿੱਚ ਜੁੜ ਗਏ। ਕੀਰਤਨ ਸੁਣਦੇ ਨੇ, ਨਾਮ ਸੁਣਦੇ। ਅੱਖਾਂ ਚੰਗਾ ਦੇਖਦੀਆਂ ਨੇ, ਪਾਤਰੀਏ ਪਰ ਧਨ ਨੂੰ ਚੰਗਾ ਤੱਕਦੀਆਂ ਨੇ। ਚੰਗਿਆਈ ਵਾਲੇ ਪੱਖ ਤੋਂ ਇਹ ਅੱਖਾਂ ਹਰੀਆਂ ਹੋ ਗਈਆਂ ਨੇ। ਬੜੀ ਗੁਰੂ ਨੇ ਕਿਰਪਾ ਕੀਤੀ ਹੈ। ਅੰਤ ਵਿੱਚ ਸਤਿਗੁਰੂ ਜੀ ਮਹਾਰਾਜ ਫਰਮਾਨ ਕਰਦੇ ਹਨ ਗੁਰਮੁਖ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਏ ਜੀਓ। हे ਗੁਰਮੁਖ, ਮੈਂ ਨਾਨਕ ਉਸ ਪ੍ਰਮਾਤਮਾ ਨੂੰ ਅਰਾਧਦਾ ਹਾਂ ਜਿਹੜਾ ਮਨਾਂ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ, ਜਿਹੜਾ ਜੀਵਨ ਵਿੱਚ ਹਰਿਆਵਲ ਬਖਸ਼ਦਾ ਹੈ। ਇਹ ਪੋਸੀਬਲ ਤਾਂ ਹੋਏਗਾ ਜਦੋਂ ਅਸੀਂ ਗੁਰੂ ਦੇ ਨਾਲ ਜੁੜਾਂਗੇ। ਗੁਰੂ ਨਾਲ ਜੁੜਿਆ ਸਾਨੂੰ ਇਹ ਸਮਝ ਆਏਗੀ ਅਸੀਂ ਸਮਾਜ ਵਿੱਚ ਜੀਣਾ ਕਿਵੇਂ ਹੈ। ਇਹ ਅੱਜ ਦੇ ਪਾਵਨ ਬਚਨਾਂ ਦੀ ਵਿਚਾਰ ਹੈ ਜੀ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਬੋਲਦਿਆਂ ਪਾਸੋਂ, ਵਿਚਾਰ ਕਰਦਿਆਂ ਪਾਸੋਂ ਇੱਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਹਨ। ਗੁਰੂ ਸਾਹਿਬ ਜੀ ਮਹਾਰਾਜ ਅਤੇ ਸਾਧ ਸੰਗਤ ਗੁਰੂ ਦਾ ਰੂਪ ਹੈ, ਸਮਰਥ ਬਖਸ਼ਣਹਾਰ ਹੈ, ਬਖਸ਼ ਦੇਣਾ ਜੀ। ਜੋ ਭੁੱਲਾਂ ਗਲਤੀਆਂ ਹੋਈਆਂ, ਉਦਾਸੀਆਂ, ਜੋ ਵਿਚਾਰਾਂ ਚੰਗੀਆਂ ਲੱਗੀਆਂ, ਗੁਰੂ ਸਾਹਿਬ ਜੀ ਮਹਾਰਾਜ ਜੀ ਦੀਆਂ ਜਾਣ ਕੇ ਜੀਵਨ ਵਿੱਚ ਵਸਾਉਣਾ। ਬਹੁਤ ਬਹੁਤ ਧੰਨਵਾਦ ਸਮੂਹ ਗੁਰੂ ਪਿਆਰਿਆਂ ਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਹੈ ਗ੍ਰੰਥੀ ਗਿਆਨੀ ਬਲਦੇਵ ਸਿੰਘ ਜੀ ਦਾ,
ਤਿੰਨਾਂ ਪਾਸੋਂ ਦਾਸ ਨੂੰ ਇਹ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਮਹਾਰਾਜ ਕਿਰਪਾ ਕਰਨ, ਸਭਨਾਂ ਨੂੰ ਨਾਮ ਦੀ ਦਾਤ, ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ। ਪ੍ਰਵਾਨੋ ਜੀ ਦਾਸਰੀ ਦੀ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।